Hello students, how are you? So ਅੱਜ ਅਸੀਂ ਕਰਨ ਜਾ ਰਹੇ ਹਾਂ lesson 3rd, the aged mother, the activity 2nd. Let's start. Put a tick on the option that brings out the meaning of the underlined word. So ਅਸੀਂ ਇਹ 'ਚ ਕਰਨਾ ਕੀ ਹੈ ਕਿ ਜੋ statements ਦਿੱਤੀਆਂ ਹੋਈਆਂ first, second, third ਅਤੇ ਹਰ statement ਵਿੱਚ ਇੱਕ underlined word ਹੈ ਜਿਸ ਦੇ ਮੀਨਿੰਗ ਦੀਆਂ ਦੋ ਆਪਸ਼ਨਸ ਅੱਗੇ ਦਿੱਤੀਆਂ ਹੋਈਆਂ ਹਨ। ਅਸੀਂ ਉਸ ਦੇ ਮੀਨਿੰਗ ਦੀ ਸਹੀ ਆਪਸ਼ਨ ਤੇ ਟਿਕ ਕਰਨਾ ਹੈ। ਲੈਟਸ ਸਟਾਰਟ। ਸੋ ਫਰਸਟ ਹੈ ਇਟ ਵਾਸ ਗਵਰਨਡ ਬਾਈ ਅ ਡਿਸਪੋਟਿਕ ਲੀਡਰ। ਸੋ ਡਿਸਪੋਟਿਕ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਉਸ ਦਾ ਮਤਲਬ ਹੁੰਦਾ ਹੈ ਨਿਰੰਕੁਸ਼, ਜਿਸ ਤੇ ਕੋਈ ਅੰਕੁਸ਼ ਨਾ ਹੋਵੇ, ਜਿਸ ਤੇ ਕੋਈ ਰੋਕ ਟੋਕ ਨਾ ਹੋਵੇ। ਆਪਸ਼ਨਸ ਕੀ ਨੇ? ਏ ਅ ਪਰਸਨ ਹੂ ਐਕਸਪੈਕਟਸ एवरीवन ਟੂ ਓਬੇ ਆਲ ਹਿਸ ਆਰਡਰਸ। ਇੱਕ ਵਿਅਕਤੀ ਜੋ ਆਸ ਕਰਦਾ ਹੋਵੇ ਕਿ ਸਾਰੇ ਮੇਰਾ ਕਹਿਣਾ ਮੰਨਣ। ਬੀ ਅ ਪਰਸਨ ਹੂ ਲਵਸ ਹਿਸ ਪੀਪਲ। ਇੱਕ ਵਿਅਕਤੀ ਜੋ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ। ਨਹੀਂ, ਸੋ ਪਹਿਲੇ ਦੀ ਰਾਈਟ ਆਪਸ਼ਨ ਹੋਏਗੀ ਏ। ਸੈਕਿੰਡ, he had a great dislike for anything suggestive of failing health and strength. ਸਜੈਸਟਿਵ ਹੁੰਦਾ ਕਿ ਜੋ ਐਲੀਮੈਂਟ ਸਾਨੂੰ ਕਿਸੇ ਚੀਜ਼ ਬਾਰੇ ਸਜੈਸਟ ਕਰ ਰਿਹਾ ਹੋਵੇ, ਕੋਈ ਆਈਡੀਆ ਦੇ ਰਿਹਾ ਹੋਵੇ। ਸੋ ਕਲੀਅਰ ਹੈ, ਇਸ ਦਾ ਜਵਾਬ ਹੈ ਏ, giving an idea of। typical ਹੁੰਦਾ ਖਾਸ। third, this prompted him। prompt ਹੁੰਦਾ ਉਕਸਾਣਾ, second form prompted ਉਕਸਾਇਆ। this prompted him to make a cruel law for the province। ਇਸ ਨੇ ਉਸ ਨੂੰ ਉਕਸਾਇਆ ਕਿ ਉਹ ਆਪਣੇ ਇਲਾਕੇ ਵਿੱਚ ਇੱਕ ਜ਼ਾਲਮਾਨਾ ਕਾਨੂੰਨ ਬਣਾਏ। ਦੋ ਆਪਸ਼ਨਸ ਕੀ ਨੇ? encouraged to do something ਕਿ ਕੁਝ ਕਰਨ ਲਈ ਹੌਸਲਾ ਦੇਣਾ। ਸੈਕਿੰਡ ਕੀ ਹੈ? ਮੇਡ ਅ ਰੂਲ ਕਿ ਇੱਕ ਰੂਲ ਬਣਾਉਣਾ। ਸੋ ਇਹਦੀ ਸਹੀ ਆਪਸ਼ਨ ਕੀ ਹੋਏਗੀ? ਏ, ਐਨਕਰੇਜਡ ਟੂ ਡੂ ਸਮਥਿੰਗ। ਫੋਰਥ, ਦੋਜ਼ ਵਰ ਬਾਰਬਰਸ ਡੇਜ਼। ਬਾਰਬਰਸ ਹੁੰਦੇ ਨੇ ਬਹੁਤ ਅਤਿਆਚਾਰ ਨਾਲ ਭਰੇ ਹੋਏ। ਸੋ ਦੋ ਆਪਸ਼ਨਸ ਹੈ ਅਨਸਿਵਲਾਈਜ਼ਡ ਤੇ ਕਰੂਡ। ਸੋ ਇਹਦੀ ਰਾਈਟ ਆਪਸ਼ਨ ਹੈ ਅਨਸਿਵਲਾਈਜ਼ਡ, ਭਾਵ ਅਸ਼ਿਸ਼ਟਤਾ ਨਾਲ ਭਰੇ ਹੋਏ ਤੇ ਅਨੈਤਿਕਤਾ ਦੇ ਨਾਲ ਭਰੇ ਹੋਏ। ਫਿਫਥ, the custom of abandoning old people to die was not uncommon। ਹੁਣ ਇੱਥੇ abandoning ਦਾ ਮਤਲਬ ਦੱਸਣਾ। abandon ਦਾ ਮਤਲਬ ਹੁੰਦਾ ਛੱਡ ਦੇਣਾ, ਤਿਆਗ ਕਰ ਦੇਣਾ। ਸੋ ਆਪਸ਼ਨ ਏ ਕੀ ਹੈ? to leave or desert। ਇਹਦਾ ਮਤਲਬ ਵੀ ਹੁੰਦਾ ਛੱਡ ਦੇਣਾ, ਤਿਆਗ ਕਰ ਦੇਣਾ। ਸੈਕਿੰਡ ਆਪਸ਼ਨ ਹੈ to discontinue ਕਿ ਜਾਰੀ ਰੱਖਣਾ, ਛੱਡ ਦੇਣਾ। ਸੋ ਇਹਦੀ ਸਹੀ ਆਪਸ਼ਨ ਹੈ ਏ। ਸਿਕਸਥ, the narrow road। ਹੁਣ ਇਹ 'ਚ narrow ਦਾ ਮਤਲਬ ਦੱਸਣਾ। narrow ਦਾ ਮਤਲਬ ਹੁੰਦਾ ਤੰਗ। the narrow road was crossed and recrossed many paths made by the hunter and the woodcutters। ਕਿ ਤੰਗ ਗਲੀ ਕਈ ਰਸਤਿਆਂ ਵਿੱਚੋਂ ਵੀ ਲੰਘਦੀ ਸੀ ਅਤੇ ਕਈ ਰਸਤੇ ਉਹਦੇ ਵਿੱਚੋਂ ਵੀ ਲੰਘਦੇ ਸੀ ਜੋ ਕਿ ਸ਼ਿਕਾਰੀਆਂ ਅਤੇ ਲੱਕੜਹਾਰਿਆਂ ਨੇ ਬਣਾਏ ਹੋਏ ਸੀ। ਸੋ ਆਪਸ਼ਨਸ ਕੀ ਹਨ? ਏ small width। small ਹੁੰਦਾ ਛੋਟੀ ਤੇ width ਚੌੜਾਈ, ਸੋ ਜਿਹਦੀ ਚੌੜਾਈ ਘੱਟ ਹੋਵੇ। ਬਿਗ ਵੱਡਾ, ਸੋ ਆਪਸ਼ਨ ਏ ਰਾਈਟ ਹੈ। ਸੈਵਨਥ, ਸ਼ੀ ਸਟ੍ਰੈਚਡ ਫੋਰਥ ਹਰ ਹੈਂਡ। ਉਸਨੇ ਆਪਣੇ ਹੱਥ ਅੱਗੇ ਨੂੰ ਵਧਾਏ ਐਂਡ ਸਨੈਪ ਅਤੇ ਉਸਨੇ ਤੋੜ ਲਈਆਂ ਕਿ ਦ ਟਵਿਗਸ ਫਰੋਮ ਬੁਸ਼ਿਸ। ਝਾੜੀਆਂ ਤੋਂ ਛੋਟੀਆਂ ਟਾਹਣੀਆਂ। ਸੋ ਸਨੈਪ ਦਾ ਇੱਥੇ ਮਤਲਬ ਹੋਏਗਾ ਬ੍ਰੋਕ। ਓਕੇ, ਸੈਵਨਥ ਦਾ ਏ। ਏਟਥ, ਹਿਜ਼ ਡਿਮਾਂਡ ਵਾਸ ਦੈਟ ਹਿਜ਼ ਸਬਜੈਕਟਸ। ਹੁਣ ਇੱਥੇ ਸਬਜੈਕਟਸ ਦਾ ਮਤਲਬ ਹੈ ਪ੍ਰਜਾ, ਲੋਕ। should present him with a rope of ash। ਉਹਦੀ ਡਿਮਾਂਡ ਸੀ ਕਿ ਉਸਦੇ ਲੋਕ ਉਸ ਨੂੰ ਸਵਾਹ ਦੀ ਰੱਸੀ ਬਣਾ ਕੇ ਪ੍ਰੈਜ਼ੈਂਟ ਕਰਨ, ਉਹਦੇ ਸਾਹਮਣੇ ਪੇਸ਼ ਕਰਨ। ਸੋ 8th ਦੀ ਰਾਈਟ ਆਪਸ਼ਨ ਕੀ ਹੋਗੀ? ਪੀਪਲ। 9th, that very hour the cruel law was abolished। ਸੋ abolished ਹੁੰਦਾ ਖਤਮ ਕਰ ਦੇਣਾ। ਸੋ 9th ਦੀ ਰਾਈਟ ਆਪਸ਼ਨ ਕੀ ਹੋਗੀ? came to an end। ਠੀਕ ਹੈ। ਸੈਕਿੰਡ ਆਪਸ਼ਨ ਹੈ destroyed। ਡਿਸਟਰੋਇਡ ਦਾ ਮਤਲਬ ਹੁੰਦਾ ਤਬਾਹ ਕਰ ਦੇਣਾ। ਸੋ ਤਬਾਹ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹ ਖਤਮ ਹੋ ਗਈ ਹੋਵੇ। ਤਬਾਹ ਦਾ ਮਤਲਬ ਹੈ ਕਿ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਠੀਕ। 10th, he realized that old age meant experience of life and not frailty। ਉਸ ਨੂੰ ਅਹਿਸਾਸ ਹੋਇਆ ਕਿ ਬੁਢੇਪੇ ਦਾ ਮਤਲਬ ਜ਼ਿੰਦਗੀ ਦਾ ਤਜਰਬਾ ਹੈ, ਨਾ ਕਿ ਸਰੀਰਕ ਕਮਜ਼ੋਰੀ। ਸੋ 10th ਦੀ ਏ ਆਪਸ਼ਨ ਹੈ ਫਿਜ਼ੀਕਲ ਵੀਕਨੈਸ ਤੇ ਬੀ ਹੈ ਸਟਰੈਂਥ। ਫਿਜ਼ੀਕਲ ਵੀਕਨੈਸ ਹੁੰਦਾ ਸਰੀਰਕ ਕਮਜ਼ੋਰੀ ਤੇ ਸਟਰੈਂਥ ਹੁੰਦਾ ਤਾਕਤ। ਸੋ 10th ਦੀ ਰਾਈਟ ਆਪਸ਼ਨ ਕੀ ਹੋਏਗੀ? ਏ। ਐਕਟੀਵਿਟੀ 3rd, ਰੀਅਰੇਂਜ ਦਾ ਸੈਂਟੈਂਸਸ ਗਿਵਨ ਬਿਲੋ ਇਨ ਦਾ ਕਰੈਕਟ ਸੀਕੁਐਂਸ। ਹੁਣ ਨੀਚੇ 8 ਸੈਂਟੈਂਸਸ ਦਿੱਤੇ ਹੋਏ ਨੇ ਪਰ ਸਾਰੇ ਜੰਬਲ ਆਰਡਰ ਵਿੱਚ ਹੈ, ਭਾਵ ਬੇਤਰਤੀਬ। ਇਹਨਾਂ ਦੀ ਤਰਤੀਬ ਠੀਕ ਕਰਨੀ ਹੈ। ਕੋਈ ਅੱਗੇ ਲਿਖਿਆ, ਕੋਈ ਪਿੱਛੇ ਲਿਖਿਆ।
ਰਾਈਟ ਦ ਨੰਬਰਸ ਇਨ ਦ ਗਿਵਨ ਬ੍ਰੈਕਟਸ। ਸੋ ਜਿਹੜੀ ਤਰਤੀਬ ਤੇ ਜਿਹੜਾ ਵਾਕ ਹੋਏਗਾ ਆਪਾਂ ਉਹਦੇ ਅੱਗੇ ਉਹੀ ਨੰਬਰ ਲਿਖ ਦੇਣਾ। ਦ ਫਸਟ ਵਨ ਇਜ਼ ਡਨ ਫॉर ਯੂ। ਸੋ ਜਿਹੜੀ ਪਹਿਲੀ ਲਾਈਨ ਹੈ ਉਹ ਉਹਨੇ ਸਾਡੇ ਵਾਸਤੇ ਕੀਤੀ ਹੋਈ ਹੈ, ਉਹ ਹੈ fourth। ठीक है। Once in Shining, a cruel ruler made a law that all the old people must be put to death। ਕਿ ਸ਼ਾਈਨਿੰਗ ਦੇ ਵਿੱਚ ਇੱਕ ਵਾਰ ਇੱਕ ਅਤਿਆਚਾਰੀ ਸ਼ਾਸਕ ਨੇ ਇਹ ਕਾਨੂੰਨ ਬਣਾਤਾ ਕਿ ਸਾਰੇ ਬਜ਼ੁਰਗ ਮੌਤ ਦੇ ਘਾਟ ਉਤਾਰ ਦਿੱਤੇ ਜਾਣਗੇ। ਸੋ ਸੈਕਿੰਡ ਹੀ ਹੈ, a farmer decided to leave his old mother on the top of a mountain। ਕਿ ਉਸ ਫਾਰਮਰ ਨੇ ਆਪਣੀ ਬੁੱਢੀ ਮਾਂ ਨੂੰ ਪਹਾੜੀ ਦੇ ਸਿਖਰ ਤੇ ਲੈ ਕੇ ਜਾਣ ਦਾ ਫੈਸਲਾ ਕੀਤਾ। ਥਰਡ ਕੀ ਆਏਗਾ ਜੋ ਇਹਦਾ 8th ਹੈ, ਠੀਕ ਹੈ। ਸੋ ਉਹ ਤੀਜੇ ਨੰਬਰ ਤੇ ਆਣਾ ਚਾਹੀਦਾ ਸੀ। ਦ ਮਦਰ ਡ੍ਰੌਪਡ ਦ ਸਮਾਲ ਟਵਿਗਸ ਐਜ਼ ਮਾਰਕਰਸ ਔਨ ਦ ਵੇ ਟੂ ਹੈਲਪ ਹਰ ਸਨ ਰਿਟਰਨ ਹੋਮ ਸੇਫਲੀ। ਕਿ ਮਾਂ ਨੇ ਛੋਟੀਆਂ ਟੁਕੜੀਆਂ ਰਸਤੇ ਵਿੱਚ ਸੁੱਟੀਆਂ ਤਾਂ ਕਿ ਉਸ ਦੇ ਬੱਚੇ ਨੂੰ ਘਰ ਸੁਰੱਖਿਅਤ ਪਹੁੰਚਣ ਵਿੱਚ ਕੋਈ ਤਕਲੀਫ ਨਾ ਹੋਵੇ। ਸੋ ਇਹਦਾ ਜੋ 4th ਹੈ ਉਹ ਹੈ 6ਵਾਂ। When the farmer turned to go back home, the mother advised him to return home with the help of twigs। ਜਦੋਂ ਕਿਸਾਨ ਆਪਣੇ ਘਰ ਵਾਪਸ ਜਾਣ ਲਈ ਮੁੜਿਆ ਤਾਂ ਮਾਤਾ ਜੀ ਨੇ ਉਸ ਨੂੰ ਉਹਨਾਂ ਟਾਹਣੀਆਂ ਵਾਲੇ ਰਸਤੇ ਨੂੰ ਫੋਲੋ ਕਰਦੇ ਹੋਏ ਘਰ ਜਾਣ ਨੂੰ ਕਿਹਾ। ਸੋ ਇਹਦਾ 5th ਹੋਏਗਾ first। The son decided to take his mother back home। ਠੀਕ। ਤੇ 6th ਕੀ ਹੋਏਗਾ ਜੋ ਇਹਦਾ 7th ਹੈ। Filled with fear, he hid his mother in his home। ਡਰ ਦੇ ਨਾਲ ਭਰ ਕੇ ਉਸ ਨੇ ਆਪਣੀ ਮਾਂ ਨੂੰ ਆਪਣੇ ਘਰ ਦੇ ਵਿੱਚ ਹੀ ਲਕੋ ਲਿਆ। 7th ਕੀ ਹੋਏਗਾ ਜੋ ਇਹਦਾ 5th ਹੈ। Using the idea of his old and experienced mother, the farmer made a rope of ash। ਆਪਣੀ ਮਾਂ ਦਾ ਆਈਡੀਆ ਵਰਤਦੇ ਹੋਏ ਕਿਸਾਨ ਨੇ ਸਵਾਹ ਦੀ ਰੱਸੀ ਬਣਾਈ। ਸੋ 8th ਕੀ ਹੋਏਗਾ Third, the governor realized his mistake and abolished the law। ਕਿ ਗਵਰਨਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਕਾਨੂੰਨ ਨੂੰ ਅਬੋਲਿਸ਼ ਕਰ ਦਿੱਤਾ, ਖਤਮ ਕਰ ਦਿੱਤਾ। Activity 4, answer the following questions in 1 or 2 sentences। ਹੁਣ ਹੇਠਾਂ ਦਿੱਤੇ ਕੁਐਸਚਨ ਦੇ ਆਨਸਰਸ ਜਾਂ ਤਾਂ ਇੱਕ ਲਾਈਨ 'ਚ ਲਿਖਣੇ ਆ ਜਾਂ ਵੱਧ ਤੋਂ ਵੱਧ 2 ਲਾਈਨਾਂ 'ਚ ਲਿਖਣੇ, ਜ਼ਿਆਦਾ ਵੱਡੇ ਆਨਸਰ ਲਿਖਣ ਦੀ ਲੋੜ ਨਹੀਂ ਹੈ। First, what was the cruel announcement made by the despotic leader। cruel यानी ਜ਼ੁਲਮ ਦੇ ਨਾਲ ਭਰਪੂਰ, ਬੇਦਰਦ। ਕਿ ਇਹੋ ਜੀ ਜ਼ੁਲਮ ਦੇ ਨਾਲ ਭਰਪੂਰ ਅਨਾਉਂਸਮੈਂਟ ਕਿਹੜੀ ਸੀ ਜਿਹੜੀ ਕਿ ਉਸ ਨਿਰੰਕੁਸ਼ ਮੁਖੀ ਨੇ ਕੀਤੀ ਸੀ। ਸੋ ਆਨਸਰ ਹੋਏਗਾ the cruel announcement was to put all the aged people to death immediately। Second, why was the farmer sorrowful। ਕਿਸਾਨ ਦੁਖੀ ਕਿਉਂ ਸੀ। ਆਨਸਰ the order by the despot ਹੁੰਦਾ ਨਿਰੰਕੁਸ਼ ਯਾਨੀ ਉਹ ਗਵਰਨਰ। the order by the despot filled his heart with sorrow। ਗਵਰਨਰ ਦੇ ਆਰਡਰ ਨੇ ਕਿਸਾਨ ਦਾ ਦਿਲ ਦੁੱਖ ਦੇ ਨਾਲ ਭਰ ਦਿੱਤਾ ਸੀ। Third, what things did the farmer carry। ਕਿਹੜੀਆਂ ਚੀਜ਼ਾਂ ਫਾਰਮਰ ਆਪਣੇ ਨਾਲ ਲੈ ਕੇ ਗਿਆ ਸੀ to the top of the mountain। ਉਸ ਪਹਾੜੀ ਦੇ ਸਿਖਰ ਤੇ। ਆਨਸਰ the farmer carried unwhitened rice। ਫਾਰਮਰ ਬਿਨਾਂ ਪਾਲਿਸ਼ ਕੀਤੇ ਹੋਏ ਚਾਵਲ ਲੈ ਕੇ ਗਿਆ and her padded coat। ਅਤੇ ਉਹ ਆਪਣੀ ਮਾਂ ਦਾ padded coat ਲੈ ਕੇ ਗਿਆ to the top of the mountain। Next, what made the mother anxious as they climbed up the mountain। ਮਾਂ ਨੂੰ ਕਿਸ ਚੀਜ਼ ਨੇ ਉਤੇਜਿਤ ਕੀਤਾ ਜਦੋਂ ਉਹ ਮਾਊਂਟੇਨ ਤੇ ਚੜ ਰਹੇ ਸਨ। ਕਿ ਮਾਂ ਦੇ ਅੰਦਰ ਇਹੋ ਜਿਹੀ ਕਿਹੜੀ ਫਿਕਰ ਵੱਧ ਰਹੀ ਸੀ ਜਦੋਂ ਕਿ ਉਹ ਮਾਊਂਟੇਨ ਤੇ ਚੜ ਰਹੇ ਸਨ। ਆਨਸਰ she grew anxious। ਉਹ ਫਿਕਰਮੰਦ ਹੋ ਰਹੀ ਸੀ, ਉਤੇਜਿਤ ਹੋ ਰਹੀ ਸੀ because ਕਿਉਂਕਿ her son did not know many paths of the mountain। ਕਿ ਉਸ ਦੇ ਲੜਕੇ ਨੂੰ ਉਸ ਪਹਾੜੀ ਦੇ ਬਹੁਤ ਸਾਰੇ ਰਸਤਿਆਂ ਦਾ ਤਾਂ ਪਤਾ ਹੀ ਨਹੀਂ ਸੀ and his return might be dangerous। ਤੇ ਇਸ ਤਰ੍ਹਾਂ ਉਸ ਦਾ ਵਾਪਸ ਆਣਾ ਤਾਂ ਬਹੁਤ ਖਤਰਨਾਕ ਹੋ ਜਾਣਾ ਸੀ। ਸੋ ਇਸੇ ਕਾਰਨ ਕਰਕੇ ਉਹ ਐਂਗਸ਼ੀਅਸ ਹੋ ਰਹੀ ਸੀ। Fifth, what did the mother drop along the way। ਇਹੋ ਜਿਹੀ ਕਿਹੜੀ ਚੀਜ਼ ਸੀ ਜਿਹੜੀ ਕਿ ਮਾਂ ਗੇਰਦੀ ਰਹੀ ਪੂਰੇ ਰਸਤੇ ਦੇ ਵਿੱਚ। She dropped handful of twigs। ਉਹ ਕੁਝ ਮੁੱਠੀ ਪਰ ਟਾਹਣੀਆਂ ਗੇਰਦੀ ਰਹੀ along the way ਰਸਤੇ ਦੇ ਵਿਚਕਾਰ। Sixth, what was the advice given by the farmer's mother। ਕਿਸਾਨ ਦੀ ਮਾਂ ਵੱਲੋਂ ਕਿਹੜੀ ਸਲਾਹ ਦਿੱਤੀ ਗਈ ਸੀ for the safe return of her son। ਤਾਂ ਕਿ
ਉਸ ਦਾ ਲੜਕਾ ਸੁਰੱਖਿਅਤ ਘਰ ਪਹੁੰਚ ਸਕੇ। ਆਂਸਰ, she advised her son, ਉਸਨੇ ਆਪਣੇ ਸਨ ਨੂੰ ਸਲਾਹ ਦਿੱਤੀ to look carefully, ਕਿ ਉਹ ਧਿਆਨ ਨਾਲ ਦੇਖਦਾ ਜਾਵੇ, and follow the path, ਅਤੇ ਉਹੀ ਪਾਥ ਤੇ ਚੱਲੇ, ਉਹੀ ਰਸਤੇ ਤੇ ਚੱਲੇ, of piled twigs, ਜਿੱਥੇ ਕਿ twigs ਦੇ ਢੇਰ ਹੋਣ, ਭਾਵ ਛੋਟੀਆਂ ਟਾਹਣੀਆਂ ਦੇ ਢੇਰ ਲੱਗੇ ਹੋਣ, for the safe return, ਤਾਂ ਕਿ ਉਹ ਸੇਫ ਰਿਟਰਨ ਕਰ ਸਕੇ, ਸੁਰੱਖਿਅਤ ਘਰ ਵਾਪਸ ਪਹੁੰਚ ਸਕੇ। 7th, where did the farmer hide his mother? ਫਾਰਮਰ ਨੇ ਆਪਣੀ ਮਾਂ ਨੂੰ ਕਿੱਥੇ ਛੁਪਾਇਆ? ਸੋ ਇਹਦਾ ਆਨਸਰ ਹੈ he hid his mother। ਠੀਕ ਹੈ, hide ਫਸਟ ਫਾਰਮ ਹੈ ਕਿਉਂਕਿ ਕੁਐਸਚਨ ਵਿੱਚ did ਲੱਗਿਆ, ਇਸ ਕਰਕੇ ਆਨਸਰ ਵਿੱਚ ਸੈਕਿੰਡ ਫਾਰਮ ਲੱਗੇਗੀ। ਸੋ hide ਦੀ ਸੈਕਿੰਡ ਫਾਰਮ hid। he hid his mother in a walled closet, ਇੱਕ ਬੰਦ ਕੋਠੜੀ ਦੇ ਵਿੱਚ, ਬੰਦ ਕਮਰੇ ਦੇ ਵਿੱਚ ਉਸਨੇ ਆਪਣੀ ਮਾਂ ਨੂੰ ਛੁਪਾਇਆ ਸੀ। ਉਹ ਬੰਦ ਕਮਰਾ ਕਿੱਥੇ ਸੀ? beneath ਯਾਨੀ ਹੇਠਾਂ, their kitchen floor, ਉਹਨਾਂ ਦੇ ਕਿਚਨ ਦੇ ਫਲੋਰ ਦੇ ਹੇਠਾਂ ਉਹ ਬੰਦ ਕਮਰਾ ਸੀ। ਲਾਸਟ, when did the governor realize his mistake? ਗਵਰਨਰ ਨੂੰ ਆਪਣੀ ਗਲਤੀ ਦਾ ਅਹਿਸਾਸ ਕਦੋਂ ਹੋਇਆ? ਸੋ ਉਸ ਨੂੰ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੂੰ ਉਸ ਏਜਡ ਮਦਰ ਦੀ ਸਿਆਣਪ ਦਾ ਪਤਾ ਚੱਲਿਆ ਕਿ ਬਜ਼ੁਰਗਾਂ ਵਿੱਚ ਕਿੰਨੀ ਸਿਆਣਪ ਹੁੰਦੀ ਹੈ, ਤੇ ਮੈਂ ਇਸ ਸਿਆਣਪ ਵਾਲੇ ਪੱਖ ਨੂੰ ਅੱਖੋਂ ਓਲੇ ਕਰਦਾ ਹੋਇਆ ਕਿੰਨੇ ਹੀ ਬਜ਼ੁਰਗਾਂ ਨੂੰ ਮਰਵਾ ਚੁੱਕਾ ਸੀ। ਸੋ ਉਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਆਨਸਰ ਕੀ ਹੋਏਗਾ? ਗਵਰਨਰ realized his mistake, ਗਵਰਨਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ after witnessing ਹੁੰਦਾ ਗਵਾਹੀ ਭਰਨੀ ਜਾਂ ਸਾਖੀ ਭਰਨੀ। ਠੀਕ ਹੈ, ਜਦੋਂ ਅਸੀਂ ਕੋਈ ਚੀਜ਼ ਆਪਣੀਆਂ ਅੱਖਾਂ ਨਾਲ ਦੇਖ ਲੈਂਦੇ ਆਪਾਂ ਕਹਿੰਦੇ ਅਸੀਂ ਇਸ ਚੀਜ਼ ਦੀ ਗਵਾਹੀ ਭਰਦੇ ਹਾਂ। ਠੀਕ, ਸੋ ਜਦੋਂ ਉਸਨੇ ਆਪਣੀਆਂ ਅੱਖਾਂ ਦੇ ਨਾਲ ਕੀ ਦੇਖਿਆ? the wisdom of the aged mother, ਜਦੋਂ ਉਸਨੇ ਆਪਣੀਆਂ ਅੱਖਾਂ ਦੇ ਨਾਲ ਉਸ ਬੁੱਢੀ ਮਾਂ ਦੀ ਸਿਆਣਪ ਨੂੰ ਵਿਟਨੈਸ ਕੀਤਾ, ਦੇਖਿਆ, ਉਸ ਵੇਲੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਐਕਟੀਵਿਟੀ 5, ਆਈਡੈਂਟੀਫਾਈ ਦਾ ਅੰਡਰਲਾਈਨਡ ਕਰੈਕਟਰਸ। ਸੋ ਨੀਚੇ ਹੁਣ ਸਟੇਟਮੈਂਟਸ ਦਿੱਤੀਆਂ, ਇਹਦੇ ਵਿੱਚ ਅਸੀਂ ਜਿਹੜੇ ਕਰੈਕਟਰ ਨੂੰ ਅੰਡਰਲਾਈਨ ਕੀਤਾ ਉਸ ਦਾ ਨਾਮ ਦੱਸਣਾ ਹੈ। ਫਸਟ ਲਾਈਨ ਹੀ, ਹੁਣ ਹੀ ਨੂੰ ਅੰਡਰਲਾਈਨ ਕੀਤਾ ਪਰ ਦੱਸਣਾ ਹੀ ਦਾ ਮਤਲਬ ਕੀ ਹੈ, ਕਿਉਂਕਿ ਹੀ ਪ੍ਰੋਨਾਉਨ ਹੈ। ਸੋ ਪ੍ਰੋਨਾਉਨ ਕਿਸ ਨਾਉਨ ਦੀ ਜਗ੍ਹਾ ਤੇ ਲੱਗਿਆ ਹੋਇਆ ਉਹ ਆਪਾਂ ਦੇਖਣਾ ਹੈ। ਫਸਟ, he gave orders for the aged to be put to death, ਉਸਨੇ ਬਜ਼ੁਰਗਾਂ ਨੂੰ ਮਾਰਨ ਦੇ ਆਰਡਰ ਦੇ ਦਿੱਤੇ। ਕਿਸ ਨੇ ਦਿੱਤੇ? ਹੀ ਕੌਣ ਹੈ? ਯੈਸ, ਗਵਰਨਰ। Second, he considered the order to be the kindest mode of death, ਉਹ ਆਪਣੇ ਬਜ਼ੁਰਗ ਨੂੰ ਮਾਰਨ ਦੇ ਆਰਡਰ ਦੀ ਪਾਲਣਾ ਬੜੇ ਦਿਆਲਤਾ ਪੂਰਵਕ ਢੰਗ ਨਾਲ ਕਰਨਾ ਚਾਹੁੰਦਾ ਸੀ। ਕੌਣ? ਹੀ ਕੌਣ ਹੈ? ਯੈਸ, ਫਾਰਮਰ। Third, she quietly dropped some twigs on the way, ਉਹ ਚੁੱਪ ਚਪੀਤੇ ਛੋਟੀਆਂ-ਛੋਟੀਆਂ ਟਾਹਣੀਆਂ ਰਸਤੇ ਵਿੱਚ ਸੁੱਟਦੀ ਗਈ। she ਕੌਣ ਹੈ? ਯੈਸ, the aged mother। Fourth, together we will follow the path, ਅਸੀਂ ਇਕੱਠੇ ਹੀ ਇਸ ਰਾਹ ਤੇ ਚੱਲਾਂਗੇ। together we will die, ਇਕੱਠੇ ਹੀ ਅਸੀਂ ਮਰਾਂਗੇ। so we ਕੌਣ? yes, the farmer and the aged mother। Fifth, he listened and meditated in silence, ਉਸਨੇ ਸੁਣਿਆ ਅਤੇ ਸ਼ਾਂਤੀ ਦੇ ਨਾਲ ਧਿਆਨ ਲਗਾਇਆ। so he ਕੌਣ ਹੈ? yes, ਗਵਰਨਰ। ਸੋ ਇਹ ਸਨ ਕੁਝ ਟੈਕਸਟ ਬੁੱਕ ਦੀਆਂ ਐਕਟੀਵਿਟੀਜ਼। ਇਸੇ ਤਰ੍ਹਾਂ ਜਲਦ ਹੀ ਤੁਹਾਡੇ ਸਾਹਮਣੇ 4th ਲੈਸਨ ਦੀ ਵੀਡੀਓ ਲੈ ਕੇ ਆ ਰਿਹਾ ਹਾਂ। ਸੋ ਇਸ ਵਾਰ ਗ੍ਰਾਮਰ ਦੀ ਬੁੱਕ ਅਲੱਗ ਤੌਰ ਤੇ ਨਹੀਂ ਹੈ, ਇਸੇ ਹੀ ਟੈਕਸਟ ਬੁੱਕ ਦੇ ਵਿੱਚ ਹੀ ਗ੍ਰਾਮਰ ਦਾ ਸਾਰਾ ਪਾਰਟ ਕੰਪਲੀਟ ਕਰ ਦਿੱਤਾ ਗਿਆ ਹੈ, ਪਰ ਉਸ ਦੀਆਂ ਸੈਪਰੇਟ ਵੀਡੀਓਜ਼ ਮੈਂ 4th ਲੈਸਨ ਤੋਂ ਬਾਅਦ ਬਣਾਵਾਂਗਾ। ਸੋ ਉਹਨਾਂ ਦੀ ਵੀ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਆਪਣੀ ਨੋਟਬੁੱਕ ਜ਼ਰੂਰ ਮੇਨਟੇਨ ਕਰਨੀ ਹੈ, ਕਿਉਂਕਿ ਜਦੋਂ ਐਗਜ਼ਾਮਸ ਆਉਂਦੇ ਹਨ ਤਾਂ ਸਭ ਤੋਂ ਸੌਖਾ ਤਰੀਕਾ ਐਗਜ਼ਾਮ ਦੀ ਤਿਆਰੀ ਕਰਨ ਦਾ ਹੁੰਦਾ ਜਦੋਂ ਸਾਡੇ ਕੋਲ ਤਿਆਰ ਨੋਟਬੁੱਕਸ ਹੁੰਦੀਆਂ ਹਨ। ਠੀਕ, ਸੋ ਉਮੀਦ ਹੈ ਤੁਹਾਡੀ ਸਟੱਡੀ ਬਹੁਤ ਅੱਛੀ ਤਰ੍ਹਾਂ ਚੱਲਦੀ ਹੋਏਗੀ। ਹੁਣ ਤੋਂ ਹੀ ਜਿਹੜੇ ਬੱਚੇ ਤਿਆਰੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਕਿਸੇ ਵੀ ਐਗਜ਼ਾਮਸ ਤੋਂ ਡਰ ਨਹੀਂ ਲੱਗਦਾ ਤੇ ਪੜ੍ਹਾਈ ਬਹੁਤ ਉਹਨਾਂ ਦੀ ਸਮੂਥ ਤੇ ਸੌਖੀ ਹੋ ਜਾਂਦੀ ਹੈ। ਠੀਕ, ਸੋ ਉਮੀਦ ਹੈ ਕਿ ਤੁਸੀਂ ਪੜ੍ਹਾਈ ਕਰਨ ਲਈ ਐਗਜ਼ਾਮਸ ਦੀ ਵੇਟ ਨਹੀਂ ਕਰੋਗੇ ਅੱਜ ਤੋਂ, ਬਲਕਿ ਹੁਣੇ ਤੋਂ ਹੀ ਤੁਹਾਡੀ ਪੜ੍ਹਾਈ ਸ਼ੁਰੂ ਹੋ ਜਾਏਗੀ। ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮੱਚ ਫॉर ਵਾਚਿੰਗ ਦਿਸ ਵੀਡੀਓ। ਇਹ 2 ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।